हर हर तेरी अमृत वाणी। रचना उचरंत नामन, सरवन सुनंत शब्द अमरते। नानक तिन बलहार, नानक तिन सद बलहारन, जिन्ना ध्यान पार ब्रह्मे। हंब कड़ावे कम, एक साई बाहरे। नानक सेई धन, जिन्ना पिरहड़ी सच सियाण। गुरु साहब कहते भाई ਉਹੀ ਭਾਗਾਂ ਵਾਲੇ ਬੰਦੇ ਜਿਨ੍ਹਾਂ ਦਾ ਇੱਕ ਓਂਕਾਰ ਸਦਾ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਅਤੇ ਬਾਣੀ ਨੇ ਸਭ ਦਾ ਪਿਆਰ ਉਹਦੇ ਨਾਲ ਬਣਾਉਣਾ ਹੀ ਬਣਾਉਣਾ 100% ਬਣਾਊਗੀ। ਪਰ ਜੇ ਕੋਈ ਬਾਣੀ ਮੁਤਾਬਕ ਚੱਲੇ, ਪਰ ਗੁਰੂ ਸਾਹਿਬ ਕਹਿੰਦੇ ਜੇ ਉਹ ਤੁਹਾਡੇ ਯਾਦ ਨਹੀਂ ਹੈ, ਉਸ ਤੋਂ ਬਿਨਾਂ ਸਾਰੇ ਕੰਮ ਵਿਅਰਥ ਹੈ, ਜੋ ਮਰਜ਼ੀ ਕਰੀ ਜਾਓ। ਹਮ ਕੜਾਵੇ ਕੰਮ, ਸਾਰੇ ਕੰਮ ਵਿਅਰਥ ਹੈ। ਇੱਕ ਸਾਈਂ ਬਾਰੇ ਜੇ ਇੱਕ ਸਾਈਂ ਨੂੰ ਨਹੀਂ ਮਿਲ ਸਕੇ, ਭਾਵੇਂ ਤੁਸੀਂ ਦੁਨੀਆ ਦਾ ਰਾਜਾ ਬਣੇ ਰਹੇ ਸਾਰੀ ਉਮਰ, ਅਤੇ ਉਮਰ ਵੀ ਭਾਵੇਂ ਤੁਹਾਡੀ ਚਾਰਾਂ ਜੁਗਾਂ ਜਿੰਨੀ ਹੋ ਜਾਏ। ਜੇ ਜੁਗ ਚਾਰੇ ਹਾਰ, ਜੇ ਜੁਗ ਚਾਰੇ ਆਰ ਜਾ, ਹੋਰ ਦਸੋ ਨਹੀਂ ਹੋਏ। ਨੌਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਈ। ਗੁਰੂ ਸਾਹਿਬ ਕਹਿੰਦੇ ਫਿਰ ਵੀ ਤੂੰ ਫੇਲ ਹੈ, ਫਿਰ ਤੂੰ ਦੋਸ਼ੀ ਹੈ ਪਰਮਾਤਮਾ ਦੀ ਕਲਾਸ ਦੇ ਵਿੱਚ। ਪਰ ਗੁਰੂ ਸਾਹਿਬ ਕਹਿੰਦੇ ਰਚਨਾ ਉਚਰੰਤ ਨਾਮਨ, ਸਵਰਨਨ ਸੁਣ ਸ਼ਬਦਾਂ ਉੱਤੇ। ਪਰ ਪਰਮਾਤਮਾ ਨਾਲ ਮਿਲਾਪ ਕਿਸੇ ਤਰੀਕੇ ਨਾਲ ਹੁੰਦਾ, ਉਹਦੀਆਂ ਸਿਫਤਾਂ ਗਾਉਣੀਆਂ ਹੁੰਦੀਆਂ, ਉਹਦਾ ਕੀਰਤਨ ਗਾਉਣਾ ਹੁੰਦਾ, ਤਾਂ ਮਿਲਾਪ ਹੁੰਦਾ। ਉਹਦੇ ਸੋਲੇ ਗਾਉਣੇ ਹੁੰਦੇ, ਉਹਦੇ ਗੁਣ ਗਾਣ ਗਾਣੇ ਹੁੰਦੇ ਆ। ਪਰ ਜੀਵ ਪਹਿਲਾਂ ਉਹਦੀ ਸਿਫਤਾਂ ਕਰਦੀ ਹੈ, ਕੰਨ ਉਹਦੀਆਂ ਸਿਫਤਾਂ ਸੁਣਦੇ ਆ, ਫਿਰ ਹੌਲੀ ਹੌਲੀ ਮਨ ਸਿਫਤਾਂ ਕਰਦਾ ਅਤੇ ਸੁਣਦਾ। ਪਰ ਗੁਰੂ ਸਾਹਿਬ ਕਹਿੰਦੇ ਸ਼ੁਰੂਆਤ ਜੀਵ ਤੋਂ ਹੁੰਦੀ ਹੈ। ਪਰ ਰਸਨਾ ਨਾਲ ਗੁਰੂ ਸਾਹਿਬ ਕਹਿੰਦੇ ਪਾਰ ਬ੍ਰਹਮ ਦਾ ਨਾਮ ਉਚਾਰਦੇ, ਕੋਈ ਵਾਹਿਗੁਰੂ ਬੋਲੇ, ਚਾਹੇ ਰਾਮ ਰਾਮ ਬੋਲੇ, ਭਾਵੇਂ ਅੱਲਾ ਅੱਲਾ ਬੋਲੇ, ਉਹ ਫਿਰ ਉਹੀ ਸਿਲਸਿਲਾ ਕੰਨਾਂ ਨਾਲ ਸੁਣਨੀ ਹੁੰਦੀ ਹੈ। ਚਾਹੇ ਕੋਈ ਰਾਮ ਬੋਲਦਾ, ਰਾਮ ਬੋਲ ਕੇ ਉਹਨੂੰ ਕੰਨਾਂ ਨਾਲ ਸੁਣਨਾ ਹੁੰਦਾ, ਅਤੇ ਰਾਮ ਕਿਹਨੂੰ ਕਿਹਾ ਜਾ ਰਿਹਾ, ਅੱਲਾ ਬੋਲ ਰਿਹਾ, ਅੱਲਾ ਕਿਹਨੂੰ ਕਿਹਾ ਜਾ ਰਿਹਾ। ਵਾਹਿਗੁਰੂ ਬੋਲਦਾ ਤਾਂ ਵਾਹਿਗੁਰੂ ਪਤਾ ਹੋਵੇ। ਅਸੀਂ ਵਾਹਿਗੁਰੂ ਬੋਲਣਾ ਅਤੇ ਇਹਨੂੰ ਸੁਣਨਾ ਹੁੰਦਾ, ਬੁੱਲਾਂ 'ਤੇ ਧਿਆਨ ਰੱਖਣਾ ਹੁੰਦਾ। ਲਿਸਨਿੰਗ ਮੋਡ 'ਚ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੁੱਲਾਂ 'ਤੇ ਸੁਣ ਦੀ ਵਿਧੀ 'ਚ ਜਾਣਾ ਹੁੰਦਾ। ਫਿਰ ਹੌਲੀ ਹੌਲੀ ਮਨ ਸੋਚਦਾ ਵੀ ਵਾਹਿਗੁਰੂ ਕੌਣ ਹੈ, ਕਿਉਂ ਇਹਦੀਆਂ ਸਿਫਤਾਂ ਕੀਤੀਆਂ ਜਾ ਰਹੀਆਂ। ਪਰ ਪਹਿਲਾਂ ਜ਼ਬਾਨ ਨੂੰ ਜ਼ਬਰਦਸਤੀ ਵੀ ਲਾਉਣਾ ਹੁੰਦਾ, ਕੋਈ 10-20 ਮਿੰਟ ਰੋਜ਼ ਲਾਉਣੇ ਹੁੰਦੇ ਹੈ। ਗੁਰ ਮੰਤਰ ਨੂੰ ਦ੍ਰਿੜ ਕਰਨਾ ਹੁੰਦਾ ਤਾਂ ਕਿ ਮਨ ਜਾਗ ਪਵੇ। ਪਰ ਸ਼ੁਰੂਆਤ ਜ਼ਬਾਨ ਤੋਂ ਹੁੰਦੀ ਹੈ, ਸਿੱਧਾ ਮਨ ਨਹੀਂ। ਅੱਜ ਕੱਲ੍ਹ ਜਿਹੜੇ ਨਾਮ ਦੀਆਂ ਦੁਕਾਨਾਂ ਲਾਈ ਬੈਠੇ, ਸਿੱਧਾ ਉਹ ਮਨ ਕੰਨ 'ਚ ਦੱਸਦੇ, ਬਸ ਕਹਿੰਦੇ ਮਨ ਨਾ ਜਪੋ, ਮਨ ਨਾਲ ਨਹੀਂ ਜਪ ਸਕਦਾ। ਜ਼ਬਾਨ ਦੇ ਨਾਲ ਪਹਿਲਾਂ ਉਹਦੀਆਂ ਸਿਫਤਾਂ ਕਰਨੀਆਂ ਪੈਂਦੀਆਂ। ਪਰ ਸਿਫਤਾਂ ਵੀ ਉਸ ਪਰਮਾਤਮਾ ਦੀ ਹੋਵੇ ਸਿਫਤ ਕਿਸਮ ਦੀ, ਨੂਰ ਅਰਸੋਂ ਕਰਸੋਂ ਚੱਟੀਏ। ਪਰ ਉਹ ਨਾਮ ਅੰਦਰੋਂ 4 ਅੱਖਰ ਪਰਮਾਤਮਾ ਦੇ ਸਿਫਤਾਂ ਆਪਦੀਆਂ ਕਰਾਈ ਜਾਂਦਾ। ਉਹ ਜਿਹਦੀ ਸਿਫਤ ਕਰਨੇ ਉਹਦੇ ਨਾਲ ਜੁੜੋਗੇ, ਪਰਮਾਤਮਾ ਨਾਲ ਨਹੀਂ ਜੁੜ ਸਕਦੇ। ਚਾਹੇ ਮਨ 'ਚ ਜਿੰਨਾ ਮਰਜ਼ੀ ਕੋਈ ਜਪੀ ਜਾਵੇ, ਪਹਿਲਾਂ ਜ਼ਬਾਨ ਹੈ ਜਿਹੜੀ ਇਹ ਪਰਮਾਤਮਾ ਦੀ ਸਿਫਤਾਂ 'ਤੇ ਲੱਗਦੀ ਹੈ। ਫਿਰ ਕੰਨ ਸੁਣਦੇ ਆ, ਫਿਰ ਇਹਨੂੰ ਬਾਣੀ ਸੁਣਨੀ ਅਤੇ ਗਾਉਣੀ ਬੜੀ ਮਿੱਠੀ ਲੱਗਦੀ ਹੈ। ਨਾਨਕ ਤਿੰਨ ਸਦ ਬਲਹਾਰ ਨੇ, ਜਿੰਨਾ ਧਿਆਨ ਪਾਰ ਬ੍ਰਹਮ। ਫਿਰ ਹੌਲੀ ਹੌਲੀ ਧਿਆਨ ਹੁੰਦਾ। ਜ਼ਬਾਨ ਦੇ ਨਾਲ ਇਹ ਬੋਲਣਾ ਹੀ ਪੈਣਾ ਸਾਨੂੰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਨੂੰ ਬੁੱਲਾਂ 'ਤੇ ਧਿਆਨ ਹੋਣਾ ਚਾਹੀਦਾ। ਇਹਨੂੰ ਫਿਰ ਸੁਣਦੇ ਆਉਂਦਾ, ਮਨ ਫਿਰ ਸੋਚਦਾ। ਇਹਨੂੰ ਮਨ ਕੋਲੇ ਦੋਨੇ ਆਵਾਜ਼ ਜਾਂਦੀ ਹੈ ਇਹਦੀ ਵੀ, ਦੁਨੀਆ ਦਾ ਮਾਲਕ ਕੌਣ ਆ, ਵਾਹ ਵਾਹ ਕਿਹਦੀ ਕਰ ਰਹੇ ਅਸੀਂ। ਫਿਰ ਗੁੱਸਾ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਜਿਹੜੇ ਜ਼ਬਾਨ ਨਾਲ ਬੋਲ ਕੇ, ਕੰਨ ਨਾਲ ਸੁਣ ਕੇ ਅੰਦਰੋਂ ਧਿਆਨ ਪਰਮਾਤਮਾ ਵੱਲ ਜਾਣਾ ਸ਼ੁਰੂ ਹੁੰਦਾ। ਮਨ ਸੋਚਣ ਲੱਗ ਜਾਂਦਾ ਵੀ ਉਹ ਕਿਹੋ ਜਿਹਾ ਹੋਊਗਾ, ਕਿਵੇਂ ਆਦ ਸੱਚ ਹੈ, ਜਗਾ ਸੱਚ ਹੈ, ਸਹਿ ਭੰਗ ਕਿਵੇਂ ਹੋ, ਸਮੇਂ ਤੋਂ ਬਾਹਰ ਕਿਵੇਂ ਹੋ, ਉਹਦੇ ਬਾਰੇ ਫਿਰ ਧਿਆਨ ਧਰਨਾ ਸ਼ੁਰੂ ਹੋ ਜਾਂਦਾ ਅੰਦਰੋਂ।
ਤੇ ਗੁਰੂ ਸਾਹਿਬ ਕਹਿੰਦੇ ਜਿਹਦੀ ਜ਼ਬਾਨ ਬੋਲੂ, ਕੰਨ ਸੁਣਨਗੇ, ਹੌਲੀ ਹੌਲੀ ਅੰਦਰੋਂ ਮਨ ਜਿਹੜਾ ਪਰਮਾਤਮਾ ਨੂੰ ਸੋਚਣ ਲੱਗ ਗਿਆ, ਉਹਦੇ ਤੋਂ ਸਦਕੇ ਜਾਣਾ ਹੈ। ਹੁਣ ਕੀ ਹੋਇਆ, ਜ਼ਬਾਨ ਨਾਲ ਬੋਲਿਆ ਸੀ, ਕੰਨਾਂ ਨਾਲ ਸੁਣਿਆ। ਪਹਿਲਾਂ ਬੋਰ ਹੁੰਦਾ 2-4 ਮਹੀਨੇ ਬੰਦਾ ਬੜਾ, ਮਨ ਨੇ ਆਖਣਾ ਨਹੀਂ ਬੋਲਣਾ, ਦੋ ਮਨ ਲੜਦੇ ਆਪਸ ਵਿੱਚ, ਪਰ ਹੌਲੀ ਹੌਲੀ ਫਿਰ ਇਹ ਸੁਣ ਤੇ ਜਾਂਦਾ ਨੂੰ, ਫਿਰ ਇਹ ਮਨ ਅੰਦਰੋਂ ਧਿਆਨ ਧਰਨਾ ਸ਼ੁਰੂ ਕਰ ਦਿੰਦਾ ਹੈ। ਉਸ ਗੁਰੂ ਨੂੰ ਗੁਰੂ ਸਾਹਿਬ ਉਸ ਆਦਮੀ ਨੂੰ ਬੜੀ ਸ਼ਾਬਾਸ਼ ਦਿੰਦੇ, ਸਦਕੇ ਜਾਂਦੇ, ਬਹੁਤ ਵੱਡੀ ਪ੍ਰਾਪਤੀ ਹੈ। ਹੁਣ ਜ਼ਬਾਨ ਤੋਂ ਬੜੇ ਬੋਲੀ ਜਾਂਦੇ, ਕੋਈ ਰਾਮ ਜਪ ਰਿਹਾ, ਕੋਈ ਅੱਲਾ ਜਪ ਰਿਹਾ, ਕੋਈ ਵਾਹਿਗੁਰੂ ਜਪ ਰਿਹਾ, ਪਰ ਅੰਦਰੋਂ ਧਿਆਨ ਨਹੀਂ ਆਇਆ ਜੇ, ਅੰਦਰੋਂ ਉਹਦੇ ਬਾਰੇ ਧਿਆਨ ਨਹੀਂ ਜਾਣ ਲੱਗਿਆ। ਜਦੋਂ ਅੰਦਰੋਂ ਧਿਆਨ ਜਾਊਗਾ ਉਦੋਂ ਜਾ ਕੇ ਗੁਰੂ ਸਾਹਿਬ ਕਹਿੰਦੇ ਖੇਲ ਬਣਨੀ ਹੈ, ਐਵੇਂ ਨਹੀਂ। ਇਹਦਾ ਮਤਲਬ ਇਹ ਵੀ ਨਹੀਂ ਜ਼ਬਾਨ ਨਾਲ ਨਹੀਂ ਬੋਲਣਾ, ਜ਼ਬਾਨ ਨਾਲ ਬੋਲਣਾ, ਕੰਨਾਂ ਨਾਲ ਸੁਣਨਾ, ਪਰ ਆਪੇ ਆਪ ਜਦੋਂ ਤੋਂ ਬਾਣੀ ਦਾ ਅਸੀਂ ਗਿਆਨ ਲਿਆ, ਬਾਣੀ ਦੇ ਗਿਆਨ ਨਾਲ ਮਨ ਹੈਰਾਨ ਹੁੰਦਾ, ਫਿਰ ਵਾਹਿਗੁਰੂ ਬੋਲੂਗਾ, ਸੁਣੂਗਾ, ਫਿਰ ਉਸ ਪਰ ਪਾਰ ਬ੍ਰਹਮ ਦਾ ਧਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਕਹਿੰਦੇ ਹੰਬ ਕੜਾਵੇ ਕੰਮ ਏਕ ਸਾਈ ਬਾਰੇ, ਪਰ ਏਕਮ ਖਸਮ ਦੀ ਯਾਦ ਤੋਂ ਬਿਨਾਂ ਸਾਰੇ ਕੰਮ ਵਿਅਰਥ ਹੈ। ਤੇ ਅਸੀਂ ਉਹੀ ਕੰਮ ਨਹੀਂ ਕਰਨਾ, ਬਾਕੀ ਸਭ ਕਰਨੇ ਨਹੀਂ ਕਰ ਰਹੇ। ਪਾਠ ਸਾਨੂੰ ਇੱਕੋ ਵਾਰੀ ਇਹੀ ਕਹਿੰਦਾ ਹੈ ਵੀ ਸਭਨਾ ਜੀਆਂ ਦਾ ਦਾਤਾ, ਉਹਨੂੰ ਭੁੱਲੋ ਨਾ, ਯਾਦ ਕਰਨਾ ਸਿੱਖ ਲਓ, ਉਹਦੇ ਬਾਰੇ ਵਿਚਾਰਾਂ ਕਰਨੀਆਂ ਸੀ। ਸਿਮਰੋ ਜਾਸ ਬਸੰਬਰ ਏਕ। ਹੁਣ ਕੌਣ ਬਸੰਬਰ ਹੈ? ਇੱਕ ਕੌਣ ਹੈ? ਫਿਰ ਨਾਨਕ ਸੇਈ ਧਨ ਜਿਨ੍ਹਾਂ ਪਿਰਹੜੀ ਸੱਚ ਸੋ। ਗੁਰੂ ਸਾਹਿਬ ਕਹਿੰਦੇ ਫਿਰ ਉਹ ਭਾਗਾਂ ਵਾਲੇ ਬਣ ਜਾਂਦੇ ਆ, ਜਿਨ੍ਹਾਂ ਦਾ ਪਿਆਰ ਸਦਾ ਰਹਿਣ ਵਾਲੇ ਪਰਮਾਤਮਾ ਏਕਮਕਾਰ ਨਾਲ ਬਣ ਜਾਂਦਾ ਹੈ, ਅਤੇ ਗੁਰੂ ਸਾਹਿਬ ਸਭ ਦਾ ਹੀ ਪਿਆਰ ਬਣਾ ਦਿੰਦੇ ਆ। ਉਸ ਅਵਸਥਾ 'ਤੇ ਜਾ ਕੇ ਅਸੀਂ ਧੰਨ ਧੰਨ ਵਾਲੀ ਅਵਸਥਾ 'ਤੇ ਜਾਵਾਂਗੇ, ਉੱਥੇ ਸਾਡੇ ਭਾਗ ਖੁੱਲ੍ਹਣਗੇ। ਫਿਰ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਭਾਈ ਸਦ ਬਲਹਾਰੇ ਤਿੰਨਾ ਜੇ ਸੁਨਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੋ ਪ੍ਰਭ ਮਥਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹਥਾ, ਚਰਨ ਪ੍ਰੀਤ ਚਰਨ ਪਨੀਤ ਪਵਿੱਤਰ ਚਾਲੇ ਪ੍ਰਭ ਪਥਾ, ਸੰਤਾ ਸੰਗ ਉਦਾਰ ਸਗਲ ਦੁਖ ਲੱਥਾ। ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਜਾ ਕੇ ਭਾਈ ਤੁਸੀਂ ਸਾਰੇ ਤੁਹਾਡੇ ਦੁੱਖ ਲੱਥ ਜਾਣਗੇ, ਸਾਰੇ ਦੁੱਖ ਦੂਰ ਹੋ ਜਾਂਦੇ ਹੈ। ਪਰ ਇਹ ਨਹੀਂ ਹੈ ਅਸੀਂ ਜਾਏ ਅਤੇ ਉੱਥੇ ਬਸ ਪਾਠ ਚੱਲ ਰਿਹਾ ਸੀ ਅਤੇ ਸਾਡੇ ਦੁੱਖ ਦੂਰ ਹੋ ਜਾਣਗੇ, ਨਹੀਂ। ਪਰ ਸਾਧ ਸੰਗਤ ਜਾ ਕੇ ਬਾਣੀ ਨੂੰ ਸਮਝਣਾ ਹੁੰਦਾ ਕਿ ਉੱਥੇ ਸਾਨੂੰ ਇੱਕ ਇਹੋ ਜਿਹੀ ਪਰਮਾਤਮਾ ਦੀ ਕਥਾ ਸੁਣਦੇ, ਪਰਮਾਤਮਾ ਦੀ ਗੱਲਾਂ ਸੁਣਾ ਰਹੀ ਹੈ ਬਾਣੀ। ਕਹਿੰਦੇ ਮੈਂ ਗੁਰੂ ਸਾਹਿਬ ਕਹਿੰਦੇ ਉਹਨਾਂ ਬੰਦਿਆਂ ਤੋਂ ਸਦਕੇ ਜਾਨਾ ਜੋ ਪ੍ਰਭ ਦੀਆਂ ਗੱਲਾਂ ਸੁਣਦੇ। ਸਾਰੀ ਬਾਣੀ 'ਚ ਪ੍ਰਭ ਦੀਆਂ ਗੱਲਾਂ ਹੀ ਹੈ, ਹਰ ਕੀਆਂ ਕਥਾ ਖਾਣੀਆਂ ਗੁਰਮੀਤ ਸੁਣਾਈਆਂ। ਬਾਣੀ ਦੇ ਅੱਖਰ ਅੱਖਰ 'ਚ ਏਕ ਓਂਕਾਰ ਦੀ ਗੱਲ ਹੋ ਰਹੀ ਹੈ, ਪਰ ਉਹ ਸਾਨੂੰ ਸੁਣਨੀ ਨਹੀਂ ਆਈ, ਸਮਝ ਨਹੀਂ ਆਈ। ਹੋ ਸਕਦਾ ਜਿਹਨੂੰ ਬਾਣੀ ਪੜ੍ਹ ਕੇ ਪਰਮਾਤਮਾ ਦੀ ਕਥਾ ਦੀ ਸਮਝ ਆ ਗਈ ਤੇ ਗੁਰੂ ਸਾਹਿਬ ਉਹਨੂੰ ਸ਼ਾਬਾਸ਼ੀ ਦਿੰਦੇ, ਉਹ ਤੇ ਕੁਰਬਾਨ ਜਾਂਦੇ। ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮਥਾ। ਫਿਰ ਗੁਰੂ ਸਾਹਿਬ ਕਹਿੰਦੇ ਉਹ ਆਦਮੀ ਪੂਰੇ ਹੈ ਤੇ ਪ੍ਰਧਾਨ ਹੈ। ਕਿਹੜੇ? ਜੋ ਸਿਰਫ ਤੇ ਸਿਰਫ ਏਕ ਓਂਕਾਰ ਪਰਮਾਤਮਾ ਤੇ ਹੀ ਆਪਦਾ ਸਿਰ ਨਵਾਉਂਦੇ, ਉਹਦੇ ਤੇ ਵਿਸ਼ਵਾਸ ਰੱਖਦੇ, ਹੋਰ ਕਿਸੇ ਤੇ ਨਹੀਂ। ਸਿਰਫ ਆ ਸੱਚ ਗਾ ਸੱਚ ਤੇ ਹੀ ਸਾਡਾ ਆਸਰਾ ਹੋਵੇ, ਹੋਰ ਕਿਸੇ ਤੇ ਵੀ ਆਸਰਾ ਨਹੀਂ। ਨਿਵਾਵੇਂ ਪ੍ਰਭ ਮਥਾ। ਪ੍ਰਭ ਕੌਣ ਹੈ? ਏਕ ਓਂਕਾਰ, ਜਿਹੜਾ ਸਾਰੇ ਬ੍ਰਹਮੰਡ ਨੂੰ ਬਣਾ ਕੇ ਚਲਾ ਰਿਹਾ, ਜਿਹਦਾ ਰੂਪ ਨਹੀਂ ਰੇਖ ਨਹੀਂ। ਉਸ ਤੇ ਅਸੀਂ ਆਸਰਾ ਰੱਖਣਾ, ਕਿਸੇ ਮਨੁੱਖ ਤੇ ਨਹੀਂ ਰੱਖਣਾ। ਮਾਨਸ ਕੀ ਟੇਕ ਸਭ ਬਿਰਥ ਹੀ ਜਾਣਾ। ਸੀ ਕੋਈ ਮਨੁੱਖਾ ਭਾਵਾਂ ਕਿ ਮੈਂ ਪਰਮਾਤਮਾ ਨਾਲ ਮਿਲਿਆ, ਉਦੋਂ ਅਸੀਂ ਸਿੱਖਿਆ ਲੈ ਸਕਦੇ ਤੂੰ ਪਰਮਾਤਮਾ ਨਾਲ ਕਿਵੇਂ ਮਿਲਿਆ, ਸਾਨੂੰ ਵੀ ਦੱਸ ਦੇ। ਪਰ ਅਸੀਂ ਉਹਦਾ ਆਸਰਾ ਨਹੀਂ ਲੈਣਾ, ਉਹਨੂੰ ਰੱਬ ਨਹੀਂ ਬਣਾਉਣਾ, ਰੱਬ ਇੱਕੋ ਹੀ ਹੈ।
ਉਹਦੇ ਅੱਗੇ ਸਿਰ ਨਿਮਣਾ ਚਾਹੀਦਾ, ਉਹਦੇ 'ਤੇ ਵਿਸ਼ਵਾਸ ਹੋਣਾ ਚਾਹੀਦਾ। ਫਿਰ ਗੁਰੂ ਸਾਹਿਬ ਕਹਿੰਦੇ ਹਰ ਜਸ ਲਿਖੇ ਬੇਅੰਤ ਸੋਹੇ ਹੱਥਾ। ਫਿਰ ਗੁਰੂ ਸਾਹਿਬ ਕਹਿੰਦੇ ਉਹ ਆਦਮੀ ਧੰਨ ਹੈ ਜਿਹਦੇ ਹੱਥ ਪਰਮਾਤਮਾ ਦੀ ਸਿਫਤਾਂ ਲਿਖਦੇ। ਇਸ ਕਰਕੇ ਸਾਨੂੰ ਹੱਥਾਂ ਨਾਲ ਵੀ ਲਿਖਣਾ ਚਾਹੀਦਾ, ਕੁਛ ਨਾ ਕੁਛ ਪਰਮਾਤਮਾ ਬਾਰੇ ਲਿਖਣਾ ਚਾਹੀਦਾ। ਸਭ ਪਰਮਾਤਮਾ ਦੇ ਗੁਣਾਂ ਚੰਗੇ ਜੋ ਪਰਮਾਤਮਾ ਦੇ ਅੱਗੇ ਸਿਰ ਨਿਵਾਉਂਦੇ ਆ, ਉਹ ਹੱਥ ਬੜੇ ਸੋਹਣੇ ਆ, ਉਹ ਗੁਰਸਿੱਖ ਬੜਾ ਸੋਹਣਾ ਹੈ ਜੋ ਬੇਅੰਤ ਪਰਮਾਤਮਾ ਦੀ ਸਿਫਤ ਸਲਾਹ ਲਿਖਦੇ ਜਾਂਦੇ ਆ। ਇਹ ਵੀ ਇੱਕ ਤਰੀਕਾ ਹੈ, ਡਾਇਰੀ ਲਾ ਕੇ ਕੁਛ ਨਾ ਕੁਛ ਬਾਣੀ ਬਾਰੇ ਲਿਖਦੇ ਜਾਓ। ਕੋਈ ਬਾਣੀ ਦਾ ਸ਼ਬਦ ਪੜ੍ਹਿਆ, ਉਹਦੇ ਅਰਥ ਲਿਖ ਦਿਓ ਆਪਦੇ ਆਪ, ਜੋ ਤੁਹਾਨੂੰ ਸਮਝ ਆਇਆ, ਬਸ ਉਹ 'ਚ ਪਰਮਾਤਮਾ ਦੀ ਗੱਲਾਂ ਹੀ ਲਿਖੋਗੇ ਤੁਸੀਂ। ਇਸ ਤਰ੍ਹਾਂ ਹੌਲੀ ਹੌਲੀ ਹੱਥ ਲਿਖਣਗੇ, ਜ਼ਬਾਨ ਉਹਦੀਆਂ ਸਿਫਤਾਂ ਬੋਲੂਗੀ, ਕੰਨ ਉਹਦੀਆਂ ਸਿਫਤਾਂ ਸੁਣਨਗੇ। ਗੁਰੂ ਸਾਹਿਬ ਕਹਿੰਦੇ ਉਹ ਫਿਰ ਬੜਾ ਪਵਿੱਤਰ ਹੁੰਦਾ ਜਾਂਦਾ ਇਨਸਾਨ। ਚਰਨ ਪਨੀਤ ਪਵਿੱਤਰ ਚਾਲੇ ਪ੍ਰਭ ਪਥਾ। ਗੁਰੂ ਸਾਹਿਬ ਕਹਿੰਦੇ ਉਹਦੇ ਪੈਰ ਵੀ ਪਵਿੱਤਰ ਹੈ। ਜਿਹੜੇ ਕਿਹੜੇ ਰਸਤੇ ਚੱਲਦੇ ਪਰਮਾਤਮਾ ਨੂੰ ਮਿਲਣ ਵਾਸਤੇ, ਸਾਧ ਸੰਗਤ ਵੱਲ, ਕੋਈ ਬਾਣੀ ਸਮਝਣ ਵਾਲੇ ਪਾਸੇ। ਪਰ ਕਈਆਂ ਦੇ ਕਿੱਥੇ ਚੱਲਦੇ ਆ, ਹੋਰ ਗੰਦੇ ਪਾਸੇ ਜਾਂਦੇ, ਠੇਕਿਆਂ 'ਤੇ ਜਾਈ ਜਾਂਦੇ ਪੈਰ। ਇਹੀ ਪੈਰ ਸਾਨੂੰ ਸੰਗਤ 'ਚ ਲਿਜਾ ਜਾਂਦੇ ਆ। ਚਰਨ ਪਨੀਤ ਪਵਿੱਤਰ ਚਾਲੇ ਪ੍ਰਭ ਪਥਾ। ਪਰਮਾਤਮਾ ਨੂੰ ਮਿਲਣ ਦੇ ਰਸਤੇ ਆ, ਉਹ ਸਾਧ ਸੰਗਤ 'ਚੋਂ ਮਿਲਦਾ। ਸੰਤਾਂ ਸੰਗ ਉਧਾਰ ਸਗਲ ਦੁਖ ਲੱਥਾ। ਗੁਰੂ ਸਾਹਿਬ ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚ ਜਾ ਕੇ ਫਿਰ ਸਾਰੇ ਦੁੱਖ ਲੈ ਜਾਂਦੇ। ਕਿਉਂ ਲੈ ਜਾਂਦੇ ਆ? ਪਰਮਾਤਮਾ ਦੀ ਸਮਝ ਆ ਜਾਂਦੀ ਹੈ, ਮਨ ਉਹਦੇ ਨਾਲ ਜੁੜ ਜਾਂਦਾ ਹੈ, ਉਹਦੇ ਨਾਲ ਜੁੜ ਕੇ ਸਾਰੇ ਦੁੱਖ ਲੈਂਦੇ ਆ। ਐਵੇਂ ਦੁੱਖ ਨਹੀਂ ਲੈਂਦੇ। ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ। ਬਾਣੀ ਚਿੰਤਾਵਾਂ ਕਿਵੇਂ ਮਿਟਾਉਂਦੀ ਹੈ? ਪਰਮਾਤਮਾ ਇੱਕ ਓਂਕਾਰ ਨਾਲ ਜੋੜ ਕੇ, ਉਹਦੇ ਨਾਲ ਮਨ ਜੋੜ ਕੇ ਸਾਡੀਆਂ ਚਿੰਤਾ ਲਾਉਂਦੀ ਹੈ। ਐਵੇਂ ਗੱਲਾਂ ਨਾਲ ਚਿੰਤਾ ਨਹੀਂ ਲੈਂਦੀਆਂ। ਬਾਣੀ ਪੜ੍ਹਨਾ ਪਹਿਲੀ ਕਲਾਸ ਹੈ, ਬਾਣੀ ਨੂੰ ਸਮਝਣਾ ਦੂਜੀ ਕਲਾਸ ਹੈ, ਅਤੇ ਬਾਣੀ ਨੂੰ ਕਮਾਉਣਾ ਤੀਜੀ ਕਲਾਸ ਹੈ। ਫਿਰ ਸ਼ਲੋਕ 'ਚ ਗੁਰੂ ਸਾਹਿਬ ਕਹਿੰਦੇ ਆ, ਭਾਵੀ ਉਦੋਤ ਕਰਨਨ ਹਰ ਰਮਨ ਸੰਜੋਗ ਪੂਰਨ ਹੈ। ਗੋਪਾਲ ਦਰਸ ਭੇਟਤ ਸਫਲ ਨਾਨਕ ਸੋ ਮੂਰਤੇ। ਕੀਮ ਨ ਸਕਾਂ ਪਾਏ ਸੁਖ ਮਤੀ ਹੂੰ ਬਾਹਰੇ। ਨਾਨਕ ਸਾਹਿਬ ਵੇਲੜੀ ਪਰਵਾਨ ਜਿਤ ਮਲੰਦੜੋ ਮਾਂ ਪੀਰੀ। ਗੁਰੂ ਸਾਹਿਬ ਕਹਿੰਦੇ ਜੀ, ਜਦੋਂ ਪੂਰਨ ਸੰਜੋਗ ਸਮਝ ਲਓ ਉਗੜ ਜਾਂਦੇ, ਜਦੋਂ ਸਾਨੂੰ ਪਰਮਾਤਮਾ ਦਾ ਸਿਮਰਨ ਕਰਨਾ ਆ ਜਾਂਦਾ, ਬਾਣੀ ਪੜ੍ਹ ਕੇ ਸਾਨੂੰ ਪਰਮਾਤਮਾ ਦਾ ਸਿਮਰਨ, ਉਹਦਾ ਜਾਪ ਕਰਨਾ ਆ ਗਿਆ, ਸਮਝ ਲਓ ਬੜੀ ਵੱਡੀ ਕਿਸਮਤ ਸਾਡੀ ਹੋ ਗਈ। ਨਹੀਂ ਹੈ ਕਿਸੇ ਦੀ ਕਿਸਮਤ, ਹਰੇਕ ਦੀ ਬਣ ਜਾਊਗੀ, ਪਰ ਬਾਣੀ ਸਮਝ ਕੇ ਪਰਮਾਤਮਾ ਦਾ ਸਿਮਰਨ ਕਰਨਾ ਸਿੱਖ ਲਈਏ। ਗੋਪਾਲ ਦਰਸ਼ਨ ਭੇਟਤ ਸਫਲ ਨਾਨਕ ਸੋ ਮੂਰਤੇ। ਗੁਰੂ ਸਾਹਿਬ ਸਭ ਤੋਂ ਵਧੀਆ ਮੂਰਤ ਕਿਹੜਾ ਹੈ? ਜਦੋਂ ਪਰਮਾਤਮਾ ਦੀ ਸਮਝ ਆ ਜਾਂਦੀ ਹੈ, ਉਹਦੇ ਦਰਸ਼ਨ ਆ ਜਾਂਦੇ ਆ, ਮਨ ਨੂੰ ਉਹਦੀ ਸਮਝ ਆ ਗਈ, ਸਮਝ ਲਓ ਇਦੋਂ ਵੱਡੀ ਮੂਰਤ ਕੋਈ ਨਹੀਂ। ਉਹ ਸਭ ਤੋਂ ਵਧੀਆ ਸਮਾਂ ਕਦੋਂ ਹੈ? ਜਦੋਂ ਸਾਨੂੰ ਬਾਣੀ ਸਮਝ ਆ ਗਈ, ਪਰਮਾਤਮਾ ਦੀ ਸਮਝ ਆ ਗਈ, ਉਹਦਾ ਸਿਮਰਨ ਕਰਨਾ ਆ ਜਾਂਦਾ ਹੈ, ਉਹਦੇ ਉਹ ਕਣ ਕਣ 'ਚ ਵਸਦਾ ਦਿਖਣ ਲੱਗ ਜਾਂਦਾ ਹੈ। ਚਲੋ ਉਹ ਘੜੀ ਸਭ ਤੋਂ ਵਧੀਆ, ਬਾਕੀ ਸਭ ਉਹੋ ਜਿਹੀਆਂ ਹੀ ਹੈ। ਹੁਣ ਕੀਮ ਨ ਸਕਾਂ ਪਾਏ ਸੁਖ ਮਤੀ ਹੂੰ ਬਾਹਰੇ। ਨਾਨਕ ਸਾਹਿਬ ਵੇਲੜੀ ਪਰਵਾਨ ਜਿਤ ਮਲੰਦੜੋ ਮਾਂ ਪੀਰੀ। ਗੁਰੂ ਸਾਹਿਬ ਕਹਿੰਦੇ ਉਹੀ ਸੁਲੱਖਣੀ ਘੜੀ ਹੈ ਜਦੋਂ ਪਿਆਰਾ ਪ੍ਰਭੂ ਮਿਲ ਜਾਵੇ, ਉਹਦੀ ਯਾਦ ਆਉਣ ਲੱਗ ਜਾਵੇ। ਫਿਰ ਗੁਰੂ ਸਾਹਿਬ ਕਹਿੰਦੇ ਜਦੋਂ ਉਹ ਤੁਹਾਨੂੰ ਪਰਮਾਤਮਾ ਮਿਲ ਜਾਂਦਾ ਹੈ, ਮਨ ਉਹਦੇ ਨਾਲ ਜੁੜ ਜਾਂਦਾ। ਗੁਰੂ ਸਾਹਿਬ ਇੰਨੇ ਸੁੱਖ ਮਿਲਦੇ ਆ ਕਿ ਗਿਣੇ ਨਹੀਂ ਜਾਂਦੇ। ਜੇ ਉਹ ਤੋਂ ਦੂਰ ਹੈ ਤਾਂ ਦੁੱਖ ਨਹੀਂ ਗਿਣੇ ਜਾਂਦੇ, ਜੇ ਮਿਲ ਜਾਂਦਾ ਤਾਂ ਸੁੱਖ ਨਹੀਂ ਗਿਣੇ ਜਾਂਦੇ। ਕੀਮਤ ਨਹੀਂ ਦੱਸੀ ਜਾ ਸਕਦੀ ਵੀ ਕਿੰਨੇ ਕੁ ਸਾਨੂੰ ਉਹਦੇ ਸੁੱਖ ਮਿਲਦੇ ਆ। ਮੁੱਲ ਨਹੀਂ ਪਾਇਆ ਜਾ ਸਕਦਾ ਪਰਮਾਤਮਾ ਨੂੰ ਮਿਲਣ ਦਾ। ਕਰੋੜਾਂ ਰਾਜਾਂ ਦਾ ਸੁੱਖ ਮਾਣ ਸਕਦਾ ਆਦਮੀ,
ਝੁੱਗੀ 'ਚ ਬੈਠਾ ਜਿਹਦੇ ਕੋਲ ਨਾਮ ਹੈ। ਜੇ ਨਾਮ ਨਹੀਂ ਹੈ ਤਾਂ ਸਾਰੀ ਦੁਨੀਆ ਦਾ ਰਾਜਾ ਵੀ ਗੁਰੂ ਸਾਹਿਬ ਨੇ ਦੁਖੀ ਦੱਸਿਆ, ਦੁਖੀ ਰਹਿੰਦਾ, ਦੁਖੀ ਹੀ ਰਹਿੰਦਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸਮਾਂ ਵੀ ਕਿਹੜਾ ਭਲਾ ਹੈ, ਸਭ ਤੋਂ ਮੂਰਤ ਕਿਹੜਾ। ਬਸ ਤੁਹਾਨੂੰ ਬਾਣੀ ਸਮਝ ਆ ਜਾਏ ਅਤੇ ਪਰਮਾਤਮਾ ਦਾ ਨਾਮ ਦੀ ਸਮਝ ਆ ਜਾਵੇ, ਉਹਦੇ ਨਾਲ ਜੁੜ ਜਾਵਾਂ, ਬਸ ਉਹੀ ਸਮਾਂ ਵਧੀਆ। ਬਾਕੀ ਤੁਹਾਡੇ ਵਾਸਤੇ ਸਾਰਾ ਸਮਾਂ ਹੀ ਦੁੱਖਾਂ ਵਾਲਾ ਹੈ। ਕੋਈ ਸਮਾਂ ਮਾੜਾ ਨਹੀਂ ਅਤੇ ਕੋਈ ਚੰਗਾ ਨਹੀਂ, ਬਸ ਸਿਰਫ ਪਰਮਾਤਮਾ ਨਾਲ ਜੁੜ ਕੇ ਅਸੀਂ ਸੁਖੀ ਹੋ ਸਕਦੇ ਹਾਂ। ਬਾਕੀ ਸਭ ਇਹ ਦੁੱਖਾਂ ਦਾ ਘਰ ਹੈ। ਇਹ ਮੋਹ ਮਾਇਆ ਦੁੱਖ ਦਿੰਦੀ ਹੈ। ਫਿਰ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਸਾ ਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ, ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ। ਆਠ ਪੈਰ ਹਰ ਧਿਆਏ ਕੈ ਮਨ ਇੱਛੇ ਪਜਾਈ, ਵੱਡੇ ਭਾਗ ਸਤ ਸੰਗ ਹੋਏ ਨਿਵ ਲਾਗਾ ਪਾਈ। ਮਨ ਦਰਸ਼ਨ ਕੀ ਪਿਆਸ ਹੈ ਨਾਨਕ ਵੱਲ ਜਾਈ। ਗੁਰੂ ਸਾਹਿਬ ਕਹਿੰਦੇ ਭਾਈ ਜਦੋਂ ਬਾਣੀ ਪੜ੍ਹ ਕੇ ਮਨ ਨੂੰ ਪਿਆਸ ਲੱਗਦੀ ਹੈ ਪਰਮਾਤਮਾ ਦੇ ਦਰਸ਼ਨ ਦੀ, ਕਹਿੰਦੇ ਮੈਨੂੰ ਹੁਣ ਬਾਣੀ ਸਮਝ ਕੇ ਪਰਮਾਤਮਾ ਦੇ ਨਾਮ ਦੀ ਭੁੱਖ ਲੱਗੀ ਹੈ ਤੇ ਲੱਗੀ ਹੈ, ਪਰ ਮੈਂ ਹੁਣ ਸਾਧ ਸੰਗਤ ਜਾ ਕੇ ਮੈਨੂੰ ਇਹ ਪਿਆਸ ਮਿਲ ਸਕਦੀ ਹੈ, ਪੂਰੀ ਹੋ ਸਕਦੀ ਹੈ, ਪਰ ਸਾਧ ਸੰਗਤ ਵੀ ਮਿਲਣੀ ਬੜੀ ਔਖੀ ਹੈ। ਵੱਡੇ ਭਾਗ ਸਤ ਸੰਗ ਹੋਏ ਨਿਵ ਲਾਗਾ ਭਾਈ। ਕਹਿੰਦੇ ਜੀ ਸਤ ਸੰਗਤ ਕਿਹੜੀ ਹੈ, ਅੱਛੀ ਵਧੀਆ ਸਤ ਸੰਗਤ ਕਿਹੜੀ ਹੈ, ਜਿੱਥੇ ਏਕਮ ਦਾ ਨਾਮ ਵਿਖਿਆਣਿਆ ਜਾਂਦਾ। ਸਤ ਸੰਗਤਾਂ ਤੁਹਾਨੂੰ ਬਥੇਰੀਆਂ ਮਿਲਣੀਆਂ, ਪਰ ਗੁਰੂ ਸਾਹਿਬ ਕਹਿੰਦੇ ਅਸਲੀ ਸਤ ਸੰਗਤ ਕਿਹੜੀ ਹੈ, ਸਤ ਸੰਗ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਉਹ ਤੁਹਾਨੂੰ ਮਿਲਣੀ ਬੜੀ ਔਖੀ ਹੈ। ਸੰਗਤਾਂ ਬਥੇਰੀਆਂ ਮਿਲ ਜਾਣੀਆਂ, ਪਰ ਗੁਰੂ ਸਾਹਿਬ ਕਹਿੰਦੇ ਸਾ ਵੇਲਾ ਕੌਣ ਹੈ ਜਿਤ ਪ੍ਰਭ ਕੋ ਪਾਈ। ਗੁਰੂ ਸਾਹਿਬ ਕਹਿੰਦੇ ਬਾਣੀ ਪੜ੍ਹ ਕੇ ਇੰਨੀ ਭੁੱਖ ਲੱਗਦੀ ਹੈ ਆਦਮੀ ਦਾ ਕਦੋਂ ਪਰਮਾਤਮਾ ਨਾਲ ਮਿਲਾਪ ਹੋਵੇ, ਇੰਨੀ ਇੱਧਰੋਂ ਪਿਆਸ ਬਣਦੀ ਰਹਿੰਦੀ ਹੈ। ਜਿਵੇਂ ਬੱਚੇ ਨੂੰ ਕਿਸੇ ਚੀਜ਼ ਦੀ ਭੁੱਖ ਲੱਗ ਜਾਂਦੀ, ਕੋਈ ਕਦੋਂ ਆ ਮੈਨੂੰ ਮੰਗ ਪੂਰੀ ਹੋਵੇ, ਰੋਜ਼ ਸੁਪਨੇ ਬਣਾਉਂਦਾ ਰਹਿੰਦਾ। ਬੱਚਿਆਂ ਮਾਂ ਪਿਓ ਤੋਂ ਬਾਈਕ ਮੰਗਦਾ, ਉਹ ਕਹਿੰਦਾ ਜੀ ਨਹੀਂ ਹਜੇ ਨਹੀਂ ਦਿੰਦੇ, ਸਾਲ ਠਹਿਰ ਕੇ ਦੇਵਾਂਗੇ, ਪਰ ਉਹ ਸਾਲ ਪਰ ਉਹ ਇੱਛਾ ਬਣਾਈ ਜਾਂਦਾ ਹੈ, ਬਾਈਕ ਲੈਣੀ ਹੈ, ਕਿਹੜੀ ਲੈਣੀ ਹੈ, ਆਹ ਲਊਂਗਾ, ਆਹ ਲਊਂਗਾ। ਇਵੇਂ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਗੁਰੂ ਦੇ ਸਿੱਖ ਹੋ ਤਾਂ ਤੁਹਾਨੂੰ ਉਸ ਵੇਲੇ ਦੀ ਉਡੀਕ ਰਹਿਣੀ ਚਾਹੀਦੀ, ਕਦੋਂ ਪਰਮਾਤਮਾ ਨਾਲ ਮਿਲਾਪ ਹੋਊਗਾ, ਕਦੋਂ ਮੈਨੂੰ ਲੱਖ ਖੁਸ਼ੀਆਂ ਮਿਲਣਗੀਆਂ, ਇੰਨੇ ਸੁੱਖ ਮਿਲਣੇ ਕਿ ਗਿਣੇ ਨਹੀਂ ਜਾਣੇ, ਛੇਤੀ ਮਿਲੇ, ਛੇਤੀ ਮਿਲੇ। ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗਸਾਈ। ਫਿਰ ਗੁਰੂ ਸਾਹਿਬ ਕਹਿੰਦੇ ਉਹ ਸਮਾਂ ਆ ਜਾਂਦਾ ਜਦੋਂ ਭੁੱਖ ਲੱਗਦੀ, ਅਰਦਾਸਾਂ ਕਰਦੇ ਆ ਨਾਮ ਦੇ, ਨਾਮ ਦੇ, ਫਿਰ ਉਹ ਕਿਰਪਾ ਕਰ ਦਿੰਦਾ ਅਤੇ ਉਹ ਮਾਲਕ ਸ੍ਰਿਸ਼ਟੀ ਦਾ ਮਾਲਕ ਮਿਲ ਜਾਂਦਾ ਹੈ। ਪਰ ਮਿਲਦਾ ਕਦੋਂ ਹੈ? ਕੋਈ ਇਹ ਨਹੀਂ ਹੈ ਕਿਸੇ ਰੂਪ 'ਚ ਆ ਕੇ ਸਾਹਮਣੇ ਖੜ ਜਾਣਾ ਹੈ, ਬਸ ਉਹ 24 ਘੰਟੇ ਉਹਦੀ ਯਾਦ ਆਉਣ ਲੱਗ ਗਈ ਅਤੇ ਬਸ ਇਹੀ ਮਿਲਣਾ ਉਹਨੂੰ, ਕਿਉਂਕਿ ਰੂਪ ਰੇਖ ਨਹੀਂ ਉਹਦਾ। ਆਠ ਪੈਰ ਹਰ ਧਿਆਏ ਕੇ ਮਨ ਇੱਛ ਭਜਾਈ। ਕਹਿੰਦੇ ਅੱਠੇ ਪੈਰ ਪ੍ਰਭ ਦਾ ਸਿਮਰਨ ਕਰਕੇ ਮਨ ਨੂੰ ਰਜ਼ਾਉਣਾ ਹੀ ਪਰਮਾਤਮਾ ਨੂੰ ਮਿਲਣਾ। ਬਸ ਹੁਣ ਮਨ ਅੱਠੇ ਪੈਰ ਪਰਮਾਤਮਾ ਨੂੰ ਯਾਦ ਕਰਨਾ ਸਿੱਖਦੇ, ਮਨ ਰੱਜ ਗਿਆ ਅਤੇ ਬਸ ਤੁਸੀਂ ਪਰਮਾਤਮਾ ਨੂੰ ਮਿਲ ਲਏ ਅਤੇ ਤੁਹਾਡੇ ਵਾਸਤੇ ਸ਼ੁਭ ਮੂਰਤ ਆ ਗਿਆ। ਕੋਈ ਜੰਤਰੀਆਂ ਵੇਖਣ ਦੀ ਲੋੜ ਨਹੀਂ, ਕੋਈ ਪੰਡਤ ਤੋਂ ਖਿਡਾਉਣ ਦੀ ਲੋੜ ਨਹੀਂ। ਪਰ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਨੂੰ ਅੱਠੇ ਪੈਰ ਧਿਆਉਣਾ ਤੈਨੂੰ ਟ੍ਰੇਨਿੰਗ ਮਿਲੂਗੀ, ਸਾਧ ਸੰਗਤ ਤੋਂ ਮਿਲਦੀ ਹੈ। ਪਰ ਉਹ ਸਾਧ ਸੰਗਤ ਅੱਜ ਬਿਲਕੁਲ ਨਹੀਂ ਮਿਲ ਰਹੀ ਜਿੱਥੇ ਸਾਨੂੰ ਅੱਠੇ ਪੈਰ ਪਰਮਾਤਮਾ ਦੀ ਯਾਦ ਸਿਖਾ ਦੇਵੇ, ਕੋਈ ਪਰਮਾਤਮਾ ਨੂੰ ਯਾਦ ਕਰਨਾ ਸਿਖਾ ਦੇਵੇ। ਵੱਡੇ ਭਾਗ ਸਤ ਸੰਗਤ ਹੋਵੇ ਨਿਭ ਲਾਗੇ ਪਾਏ। ਪਰ ਗੁਰੂ ਸਾਹਿਬ ਕਹਿੰਦੇ ਭਾਈ ਅੱਠੇ ਪੈਰ ਪਰਮਾਤਮਾ ਨੂੰ ਧਿਆਉਣਾ ਸਿੱਖਣਾ, ਤੇਰੀ ਇੱਛਾ ਪੂਰੀਆਂ ਨਹੀਂ, ਪਰ ਅੱਠੇ ਪੈਰ ਪਰਮਾਤਮਾ ਨੂੰ ਧਿਆਉਣਾ ਇਹ ਨਹੀਂ ਹੈ ਵੀ ਕਹਿਤਾ ਤਾਂ ਅਸੀਂ ਧਿਆਉਣਾ ਸ਼ੁਰੂ ਹੋ ਗਿਆ, ਘੰਟਾ 2 ਘੰਟੇ ਵਾਹਿਗੁਰੂ ਜਪ ਲਿਆ ਅਤੇ ਹੋ ਗਿਆ, ਨਹੀਂ, ਇਹ ਤਾਂ ਸ਼ੁਰੂਆਤ ਹੈ। ਇਹ ਵੀ ਨਹੀਂ ਜਪਣਾ, ਵਾਹਿਗੁਰੂ ਨੂੰ ਜਪਣਾ ਵੀ ਹੈ। ਵਾਹਿਗੁਰੂ ਜਪ ਕੇ 24 ਘੰਟੇ ਮਨ
ਜਾਗਦਾ ਹੈ, ਫਿਰ ਉਹ ਪਰਮਾਤਮਾ ਨੂੰ ਸਿਮਰਦਾ ਹੈ। ਪਰ ਵੱਡੇ ਭਾਗ ਸਤ ਸੰਗ ਹੋਏ ਨਿਭ ਲਾਗਾਂ ਪਾਈ। ਪਰ ਗੁਰੂ ਸਾਹਿਬ ਕਹਿੰਦੇ ਜੀ ਸਤ ਸੰਗ ਦੀ ਅਰਦਾਸਾਂ ਕਰਿਆ ਕਰ। ਗੁਰੂ ਗ੍ਰੰਥ ਸਾਹਿਬ ਨਾਲ ਮਿਲਾਪ ਹੋਊਗਾ, ਤੈਨੂੰ ਸਤ ਸੰਗ ਹੋਊਗੀ ਇਹਦੇ ਨਾਲ। ਗੁਰੂ ਦੇ ਚਰਨੀ ਲੱਗ ਜਾ, ਫਿਰ ਤੈਨੂੰ ਗੁਰੂ ਅੱਠੇ ਪੈਰ ਨਾਮ ਤੇ ਆਉਣਾ ਸਿਖਾ ਦਊਗਾ। ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ। ਗੁਰੂ ਸਾਹਿਬ ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਦੀ, ਉਹਦੇ ਦਰਸ਼ਨ ਦੀ ਪਿਆਸ ਲੱਗ ਜਾਂਦੀ ਹੈ, ਤੇ ਗੁਰੂ ਸਾਹਿਬ ਕਹਿੰਦੇ ਮੈਂ ਉਹ ਜੀ ਸਤ ਸੰਗਤ ਤੋਂ ਕੁਰਬਾਨ ਜਾਨਾ, ਉਹ ਜੇ ਗੁਰਸਿੱਖ ਤੋਂ ਕੁਰਬਾਨ ਜਾਨਾ ਜਿੱਥੇ ਪਰਮਾਤਮਾ ਦੇ ਨਾਮ ਦੀ ਭੁੱਖ ਲੱਗਦੀ ਹੈ। ਪਰ ਅੱਜ ਇਹ ਜੀ ਸੰਗਤ ਮਿਲਣ ਵਾਸਤੇ ਤੁਹਾਨੂੰ ਅਰਦਾਸਾਂ ਕਰਨੀਆਂ ਪੈਣਗੀਆਂ, ਨਹੀਂ ਤਾਂ ਖੁਦ ਤੁਹਾਨੂੰ ਸਿੱਧਾ ਗ੍ਰੰਥ ਸਾਹਿਬ ਨਾਲ ਆਪ ਮਿਲਾਪ ਕਰਨਾ ਪਊ। ਆਪ ਬਾਣੀ ਪੜ੍ਹੋ, ਸਮਝੋ, ਬਸ ਤੁਹਾਡੀ ਸੰਗਤ ਹੋ ਜਾਣੀ ਹੈ। ਗੁਰੂ ਨਾਲ ਸਿੱਧੀ ਸੰਗਤ ਹੋ ਜਾਣੀ ਹੈ। ਗੁਰੂ ਨੇ ਸਭ ਕੁਝ ਸਮਝਾ ਦੇਣਾ, ਕਿਸੇ ਦੀ ਲੋੜ ਨਹੀਂ ਪੈਣੀ। ਸਾਨੂੰ ਬਾਣੀ ਦੇ ਨਾਲ ਜੁੜਨਾ ਪੈਣਾ ਹੈ, ਬਾਣੀ ਨੂੰ ਸਮਝਣ ਦੀਆਂ ਸੰਗਤ ਕਰਨੀ ਪਊਗੀ। ਇਹ ਜੀ ਸੰਗਤ ਕਰਿਆ ਕਰੀਏ। ਕੋਈ ਬਾਣੀ ਲਈ, ਉਹਦੇ 'ਤੇ ਘੰਟਾ ਲਾਇਆ, ਅੱਜ 2 ਸ਼ਬਦ ਕੀਤੇ, ਕੱਲ੍ਹ ਨੂੰ ਅਗਲੇ 2 ਸ਼ਬਦ ਕਰ ਲਓ। ਇਸ ਤਰ੍ਹਾਂ ਸਾਰੀ ਬਾਣੀ 'ਤੇ ਵਿਚਾਰਨਾ ਹੁੰਦਾ। ਫਿਰ ਜਾ ਕੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗਦੀ ਹੈ, ਪਰਮਾਤਮਾ ਦੇ ਬਾਰੇ ਸਮਝ ਆਉਂਦੀ ਹੈ, ਪਰਮਾਤਮਾ ਦਾ ਡਰ ਪੈਦਾ ਹੁੰਦਾ ਹੈ, ਫਿਰ ਉਹਦੇ ਨਾਲ ਪਿਆਰ ਬਣਦਾ। ਐਵੇਂ ਨਹੀਂ ਹੁੰਦਾ। ਪਰਮਾਤਮਾ ਨੂੰ ਜਾਣਦਾ ਮਨ, ਫਿਰ ਉਹਦੀਆਂ ਸਿਫਤਾਂ ਕਰਦਾ, ਫਿਰ ਉਹਦੇ ਨਾਲ ਪਿਆਰ ਬਣਦਾ। ਪਿਆਰ ਅੰਦਰੋਂ ਪੈਦਾ ਹੁੰਦਾ, ਕਦੋਂ ਵੀ ਪੈਦਾ ਹੋ ਸਕਦਾ। ਪਰ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਇਸ ਕਲਾਸ 'ਚ ਜਾਣਾ ਅਸੀਂ, ਅਨਹਦ ਸ਼ਬਦਾਂ 'ਤੇ ਜਾਣਾ। ਸੁੱਤਿਆਂ ਪਿਆਂ ਵੀ ਸਾਡਾ ਸਿਮਰਨ ਹੋਵੇ, ਕੰਮ ਕਰਦਿਆਂ ਵੀ ਸਿਮਰਨ ਹੋਵੇ। ਉਹ ਇੱਕ ਜੁਗਤ ਹੈ, ਉਹ ਇੱਕ ਜਾਗ ਹੈ, ਉਹ ਮਨ ਦੀ ਜਾਗ ਹੈ। ਉਹ ਗੁਰੂ ਦੇ ਸ਼ਬਦ ਤੋਂ ਬਿਨਾਂ ਮਨ ਨਹੀਂ ਜਾਗਦਾ। ਗੁਰੂ ਦਾ ਸ਼ਬਦ ਮਹਾਰਸ ਮਿੱਠਾ। ਬਾਣੀ ਬੜੀ ਮਿੱਠੀ ਹੈ, ਪਰ ਮਿੱਠੀ ਉਹਨੂੰ ਲੱਗੂਗਾ, ਬਾਣੀ ਉਸੇ ਨੂੰ ਮਿੱਠੀ ਲੱਗੂਗੀ ਜਿਹੜਾ ਬਾਣੀ ਨੂੰ ਸਮਝੂਗਾ। ਜਿਹੜੇ ਨਹੀਂ ਸਮਝਦੇ ਉਹਨੂੰ ਫਿਰ ਬੋਰ ਹੁੰਦੇ ਆ। ਬਾਣੀ ਬੋਰ ਨਹੀਂ ਕਰਦੀ, ਬਾਣੀ ਤਾਂ ਬੜਾ ਆਨੰਦ ਦਿੰਦੀ ਹੈ, ਬੜਾ ਰਸ ਦਿੰਦੀ ਹੈ, ਜੇ ਥੋੜ੍ਹੀ ਜਿਹੀ ਸਮਝ ਆਉਣ ਲੱਗ ਜਾਵੇ। ਆਓ ਵੱਧ ਤੋਂ ਵੱਧ ਆਪਾਂ ਬਾਣੀ ਨੂੰ ਵਿਚਾਰੀਏ, ਬਾਣੀ ਨੂੰ ਸਮਝੀਏ, ਤਾਂ ਕਿ ਸਾਨੂੰ ਬਾਣੀ ਮਿੱਠੀ ਲੱਗਣ ਲੱਗ ਜਾਵੇ। ਇਹ ਸ਼ਬਦ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਹੋਈਆਂ ਅਨੇਕਾਂ ਭੁੱਲਾਂ ਨੂੰ ਬਖਸ਼ ਲੈਣਾ। ਭੁੱਲਣਹਾਰ ਹੈ, ਨਾ ਬਾਣੀ ਪੜ੍ਹਨੀ ਆਉਂਦੀ ਹੈ, ਨਾ ਵਿਚਾਰਨੀ ਆਉਂਦੀ। ਜਿੰਨੀ ਕੁ ਮਾਲਕ ਕਿਰਪਾ ਕਰਦਾ ਹੈ ਉਨੀ ਕੁ ਕਰਾ ਲੈਂਦਾ ਹੈ। ਉਹ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ। ਸਾਧ ਸੰਗਤ ਬਖਸ਼ਣਹਾਰ ਹੈ। ਇਹਨਾਂ ਕਹਿੰਦੇ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਗਾਤੇ ਤੂੰ ਅਥਾਹ